ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਤੇ मैं हाँ सरोवर राय खन्ना जी। दोस्तों ਹੁਣ ਇਸ ਟਾਈਮ ਤੇ ਮੈਂ ਖੜਾ ਬਠਿੰਡਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ, ਜਿੱਥੇ ਕਿ ਇੱਕ ਧਰਨਾ ਲੱਗਿਆ ਹੋਇਆ। ਆਪਾਂ ਧਰਨਾ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ ਕਰਾਂਗੇ ਵੀ ਕੀ ਮਾਮਲਾ ਕੀ ਹੈ। ਆਓ ਫਿਰ ਕਰਦੇ ਹਾਂ ਧਰਨਾ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ। ਇਹ ਮਾਨਯੋਗ ਆਰਟੀ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀਗੀ, ਪਿਛਲੇ ਕਈ ਦਿਨਾਂ ਤੋਂ ਬੇਨਤੀ ਕਰ ਰਹੇ ਹਾਂ, ਸਾਨੂੰ ਕੋਈ ਵੀ ਟਾਈਮ ਟੇਬਲ ਨਵਾਂ ਜਾਂ ਪੁਰਾਣਾ ਤਸਦੀਕ ਕਰਕੇ ਦੇ ਦਿਓ, ਅਸੀਂ ਉਹੀ ਲਾਗੂ ਕਰ ਦਈਏ। ਪਰ ਮਾਨਯੋਗ ਆਰਟੀ ਸਾਹਿਬ ਨੇ ਹਜੇ ਤੱਕ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਟਾਈਮ ਟੇਬਲ ਤਸਦੀਕ ਕਰਕੇ ਨਹੀਂ ਦਿੱਤਾ। ਜਿਸ ਕਾਰਨ ਪ੍ਰਾਈਵੇਟ ਵਾਲੇ ਸਾਨੂੰ ਕਹਿੰਦੇ ਸੀ ਵੀ ਅਸੀਂ ਆਪਦੀ ਮਰਜ਼ੀ ਨਾਲ ਟਾਈਮ ਟੇਬਲ ਚਲਾਵਾਂਗੇ, ਉਸ ਦੇ ਕਰਕੇ ਅਸੀਂ ਇਹ ਅੱਜ ਬੰਦ ਕੀਤਾ ਜੀ। ਇਹ ਪਿਛਲੇ ਦਿਨਾਂ 'ਚ ਵੀ ਇਹ ਜਿਹੜਾ ਤੁਸੀਂ ਆਰਟੀਏ ਨੂੰ ਮਿਲੇ ਸੀ, ਡੀਸੀ ਨੂੰ, ਕਮਿਸ਼ਨਰ ਨੂੰ ਵੀ ਮਿਲੇ ਸੀ, ਉਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ? ਨਹੀਂ ਸਰ, ਉਹਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਾਨੂੰ ਹਜੇ ਤੱਕ ਕੋਈ ਵੀ ਨਿਆਂਪੁਰ ਕੋਈ ਹੱਲ ਨਹੀਂ ਨਿਕਲਿਆ ਉਹਦਾ ਜੀ। ਅਸੀਂ ਵਾਰ-ਵਾਰ ਬੇਨਤੀਆਂ ਕਰਦੇ ਜਦ ਵੀ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਨਹੀਂ ਨਿਕਲਿਆ ਅਜੇ ਤੱਕ। ਤੁਹਾਨੂੰ ਕੀ ਲੱਗਦਾ ਵੀ ਇਹ ਕਿਹਦੇ ਸ਼ਹਿਰ ਤੇ ਹੁੰਦਾ ਫਿਰ ਇਹ ਸਾਰਾ ਕੁਝ? ਇਹ ਤਾਂ ਸਰ ਕੋਈ ਹੁਣ ਚੋਣ ਜਾਬਤਾ ਲੱਗਿਆ ਹੋਇਆ, ਚੋਣ ਜਾਬਤੇ ਬਿਲਕੁਲ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਇਹ ਤਾਂ ਸਰ ਵੱਡੇ ਘਰਾਣਿਆਂ ਦਾ ਜ਼ੋਰ ਹੈ, ਜਿਸ ਕਰਕੇ ਕਿਸੇ ਨੂੰ ਕੁਝ ਸੁਣ ਨਹੀਂ ਰਹੇ, ਕਿਸੇ ਵੀ ਤਰ੍ਹਾਂ ਦੀ ਕਿਸੇ ਨਹੀਂ। ਪਰ ਜੇ ਹੋਏ ਨਾ ਸੁਣਾਈ ਕੀਤੀ ਫਿਰ ਕੀ ਕਰਨਾ ਅੱਗੇ? ਸਰ ਅਸੀਂ 9:30 ਵਜੇ ਦਾ ਸਾਤੋਂ ਡੀਸੀ ਸਮਾਨਯੋਗ ਡੀਸੀ ਸਾਹਿਬ ਨੇ ਸਾਨੂੰ ਸਮਾਂ ਦਿੱਤਾ ਹੈ ਜੀ। ਜੇ ਉਸ ਤੋਂ ਬਾਅਦ ਸਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਨਾ ਨਿਕਲਿਆ, ਫਿਰ ਅਸੀਂ ਆਪਦੇ ਵੱਡੇ ਪੱਧਰ ਤੇ ਜਥੇਬੰਦੀ ਨਾਲ ਸੰਪਰਕ ਕਰਕੇ ਉੱਪਰੇ ਸਟੇਟ ਲੈਵਲ ਤੇ ਅਸੀਂ ਵੱਡਾ ਸੰਘਰਸ਼ ਉਲੀਕਾਂਗੇ ਜੀ। ਇਹ ਇਕੱਲੇ ਬਠਿੰਡੇ 'ਚ ਹੀ ਲਾਇਆ ਕਿ ਨਹੀਂ ਸਰ, ਬਠਿੰਡਾ ਡਿਪੂ ਨਹੀਂ ਸਰ, ਲੁਧਿਆਣਾ ਵੀ ਬੰਦ ਹੋ ਗਿਆ ਜੀ ਇਹ ਤੋਂ ਪਹਿਲਾਂ ਜੀ, ਤੇ ਬਰਨਾਲਾ ਵੀ ਬੰਦ ਹੋ ਗਿਆ, ਸੰਗਰੂਰ ਵੀ ਹੈ, ਤੇ ਥੋੜੇ ਦਿਨਾਂ 'ਚ ਫਰੀਦਕੋਟ ਵੀ ਬੰਦ ਹੋ ਰਿਹਾ ਜੀ ਸਰ। ਨਹੀਂ ਅੱਜ ਕਿਹੜੇ ਅੱਜ ਹੀ ਸਾਰੇ? ਹਾਂ, ਅੱਜ ਹੀ ਸਾਰੇ ਚਾਰੇ ਡਿਪੂ ਲਾਉਂਦੇ, ਇਹਨਾਂ ਨੂੰ ਹੀ ਸਾਰੇ ਡਿਪੂ ਨੂੰ ਡਿਫੈਕਟ ਪੈ ਰਿਹਾ ਜੀ ਇਹਨਾਂ ਦੇ ਵਿੱਚ ਹੀ, ਜਿਹਦੇ ਵਿੱਚ ਕੋਈ ਵੀ ਸੁਣਵਾਈ ਨਹੀਂ। ਕੋਈ ਨਾ ਕੋਈ ਤਾਂ ਟਾਈਮ ਟੇਬਲ ਸਾਨੂੰ ਇਹ ਆਰਟੀਓ ਦੇਵੇ ਤਸਦੀਕ ਕਰਕੇ, ਜਿਹਨੂੰ ਅਸੀਂ ਲਾਗੂ ਕਰ ਲਈ ਸਰ। ਨਹੀਂ ਪਰ ਹੁਣ ਜਿਹੜੇ ਮਤਲਬ ਪਿਛਲੇ ਦਿਨਾਂ 'ਚ ਚੱਲਦੇ ਸੀ ਉਹ ਕਿਹੜੇ ਟਾਈਮ ਟੇਬਲ 'ਚ ਚੱਲਦੇ ਸੀ? ਨਹੀਂ ਸਰ, ਕਿਸੇ ਵੀ ਤਰ੍ਹਾਂ ਦਾ ਕੋਈ ਟਾਈਮ ਟੇਬਲ ਨਹੀਂ ਚੱਲਦਾ ਸੀਗਾ, ਬਸ ਸਿਰਫ ਇੱਕ ਧੱਕੇਸ਼ਾਹੀ ਸੀ ਇਹਨਾਂ ਦੀ। ਬਸ ਧੱਕੇਸ਼ਾਹੀ ਅੱਜ ਦਿੰਦੇ ਟਾਈਮ ਟੇਬਲ ਦੀ ਕਾਪੀ ਅੱਜ ਦਿੰਦੇ, ਬਸ ਅਸੀਂ ਸਿਰਫ ਲਾਰੇ ਲੱਪਾ ਜੀ ਸਾਧੂ ਸੁਬਹ, ਹੋਰ ਕੁਝ ਵੀ ਨਹੀਂ ਦਿੱਤਾ ਸਰ। ਅਸੀਂ ਤਾਂ ਜ਼ਿੰਮੇਵਾਰ ਆਰਟੀਏ ਬਠਿੰਡਾ ਨੂੰ ਸਰਾਉਣੇ ਆ ਜੀ, ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਇਸ ਤਰ੍ਹਾਂ ਨਹੀਂ ਬਣੀ ਵੀ ਇਸ ਮਾਹੌਲ ਨੂੰ ਇੰਨੇ ਤੱਕ ਨਾ ਪਹੁੰਚਾਇਆ ਜਾਵੇ, ਸ਼ਾਂਤੀਪੂਰਵਕ ਇਹਦਾ ਹੱਲ ਕੱਢਿਆ ਜਾਵੇ। ਪਰ ਵਾਰ-ਵਾਰ ਬੇਨਤੀ ਕਰਦੇ ਤਾਂ ਕੋਈ ਵੀ ਸ਼ਾਂਤੀਪੂਰਵਕ ਹੱਲ ਨਹੀਂ ਕੱਢਿਆ। ਮਾਨਯੋਗ ਟਰਾਂਸਪੋਰਟ ਮੰਤਰੀ ਨੇ ਟਾਈਮ ਬਣਾਇਆ ਸੀ 24/12 ਨੂੰ ਜੀ। ਉਸ ਤੋਂ ਬਾਅਦ ਇਹਨਾਂ ਨੇ 17 ਤਰੀਕ ਨੂੰ ਨਵੇਂ ਟਾਈਮ ਟੇਬਲ ਜਿਹੜੇ ਪੁਰਾਣੇ ਰੱਦ ਕਰਾ ਕੇ ਕੁਝ ਚਲਾਤੇ ਸੀ, ਕੁਝ ਰਹਿ ਗਏ ਸੀ, ਜਿਵੇਂ ਲੁਧਿਆਣਾ ਤੇ ਚੰਡੀਗੜ੍ਹ ਰਹਿ ਗਏ ਸੀ, ਬਾਕੀ ਚਲਾਤੇ ਸੀ। ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸੀ, ਉਹਨਾਂ ਨੂੰ ਮਿਲ ਕੇ ਵੀ ਆਏ ਆ। ਆਪਣਾ ਇਸ ਸੰਬੰਧ ਵਿੱਚ ਵਿਸ਼ੇ 'ਤੇ ਗੱਲ ਵੀ ਹੋਈ ਹੈ। ਆਰਟੀਓ ਸਾਹਿਬ ਕਹਿੰਦੇ ਸੀ ਵੀ 2-4 ਦਿਨਾਂ 'ਚ ਮੈਂ ਜਿਹੜੇ ਹਾਈ ਕੋਰਟ ਨੇ ਪਰਮਿਟ ਰੱਦ ਕੀਤੇ ਹੈ ਉਹ ਕੱਢ ਕੇ ਮੈਂ ਦੁਬਾਰੇ ਟਾਈਮ ਸੋਧ ਕਰਕੇ ਵੀ ਦੁਬਾਰੇ ਇਹ ਟਾਈਮ ਚਲਾ ਦਾਂਗੇ। ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਜੀ, ਪਰ ਹਜੇ ਤੱਕ ਕੋਈ ਉਹ ਨਹੀਂ ਕੀਤਾ। ਇਹਨਾਂ ਨੇ ਅੱਜ ਲੁਧਿਆਣਾ ਤੇ ਚੰਡੀਗੜ੍ਹ ਦੁਬਾਰੇ ਟਾਈਮ ਚਲਾਤੇ, ਜਿਸ ਸੰਬੰਧ ਵਿੱਚ ਬੰਦ ਕੀਤਾ ਹੋਇਆ। ਤੇ ਰਾਜਾ ਵੜਿੰਗ ਨੇ ਪਹਿਲਾਂ ਟਾਈਮ ਟੇਬਲ ਸੈੱਟ ਕੀਤੇ ਸੀ, ਇਹ ਕੀ ਲੱਗਦਾ ਵੀ ਹਜੇ ਵੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੀ? ਕਬਜ਼ਾ ਹੀ ਹੈ ਜੀ। ਹੁਣ ਚੋਣ ਜਾਬਤਾ ਲੱਗਿਆ ਹੋਇਆ, ਚੋਣ ਜਾਬਤੇ ਦੇ ਵਿੱਚ ਹੁਣ ਜਦੋਂ ਚੋਣ ਜਾਬਤੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਇਹਨੇ ਡਿਪਟੀ ਕਮਿਸ਼ਨਰ ਆਪਣਾ ਬਦਲਤਾ ਸੀਗਾ, ਚੋਣ ਕਮਿਸ਼ਨ ਨੇ ਆਪ ਦਾ ਲੱਗਤਾ ਸੀ, ਕੀ ਉਹਦੇ ਨਾਲ ਕੋਈ ਪਾਰਦਰਸ਼ਤਾ ਨਹੀਂ ਆਈ? ਸਾਨੂੰ ਕੋਈ ਭਰੋਸਾ ਹੀ ਦਿੱਤਾ ਹੈ, ਤੱਕ ਕੋਈ ਉਹਦਾ ਨਤੀਜਾ ਨਹੀਂ, ਰਿਜ਼ਲਟ ਸਾਹਮਣੇ ਆਇਆ ਕੋਈ। ਤੇ ਫਿਰ ਕਿੰਨਾ ਸਮਾਂ ਹੁਣ ਤੁਹਾਡਾ ਅੱਜ ਜਿਹੜਾ ਪ੍ਰੋਗਰਾਮ? ਇਹਦਾ ਅਣਮਿੱਥੇ ਸਮੇਂ ਲਈ ਹੈ ਜੀ। ਜਿੰਨਾ ਚਿਰ ਸਾਡੇ ਕੋਈ ਜਿਹੜੇ ਟਾਈਮ ਟੇਬਲ 24 ਤਰੀਕ ਨੂੰ ਚਲਾਏ ਆ ਉਹ ਨਹੀਂ ਚੱਲਦੇ, ਉਹਨਾਂ ਚਿਰ ਬੰਦ ਰੱਖਾਂਗੇ। ਕਿਹਨਾਂ 4 ਡਿਪੂ ਬੰਦ ਕੀਤੇ ਹੈ, ਜੇ ਦੁਪਹਿਰ 12 ਵਜੇ ਤੱਕ ਨਾ ਕੀਤਾ ਤਾਂ 29 ਦੇ 29 ਡਿਪੂ ਬੰਦ ਹੋਣਗੇ ਸਣੇ ਪੰਜਾਬ ਰੋਡਵੇਜ਼ ਦੇ। ਕਿਹੜੀਆਂ ਯੂਨੀਅਨ ਦੇ ਸਮਰਥਨ ਕਰਦੇ? ਐਕਸ਼ਨ ਕਮੇਟੀ ਹੈ ਜੀ, ਕੋਈ ਯੂਨੀਅਨ ਨਹੀਂ ਇਹਦੇ 'ਚ, ਕੋਈ ਇੱਕ ਯੂਨੀਅਨ ਨਹੀਂ, ਸਾਰੀਆਂ ਜਥੇਬੰਦੀਆਂ ਇਕੱਠੀਆਂ ਜੀ। ਪੀਆਰਟੀਸੀ ਜਿੰਨੇ ਵੀ ਮੁਲਾਜ਼ਮ ਆ ਸਾਰਿਆਂ ਦੇ ਇੱਕ ਹੈ, ਇਕੱਠੇ ਹੈ, ਕੋਈ ਜਥੇਬੰਦੀ ਨਹੀਂ ਇੱਥੇ, ਕੱਲੀ ਸਿਰਫ ਐਕਸ਼ਨ ਕਮੇਟੀ ਹੈ। ਸਾਰੀ ਜਿੰਨੀ ਵੀ ਪਣ ਬੱਸ ਪੀਆਰਟੀਸੀ ਕੱਚੇ ਪੱਕੇ A to Z ਜਿੰਨੇ ਵੀ ਵਰਕਰ ਹੈ ਸਾਰੇ ਇਕੱਠੇ ਇੱਕ ਮੰਚ ਤੇ। ਅੱਜ ਜੋ ਮਾਮਲਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਦੇ ਵਿੱਚ ਬਾਦਲ ਪਰਿਵਾਰ ਨੇ ਪ੍ਰਾਈਵੇਟ ਆਪਰੇਟਰਾਂ ਨੇ ਰਿਟ ਪਾਈ ਹੋਈ ਹੈ ਉਹਦੇ ਵਿੱਚ ਕਿ ਜਿਹੜੇ ਟਾਈਮ ਟੇਬਲ ਨਵੇਂ ਨੂੰ 24/12/2021 ਨੂੰ ਲਾਗੂ ਹੋਏ ਸੀ ਉਹ ਗਲਤ ਬਣੇ ਆ। ਉਹਦੇ ਹਾਂਜੀ ਉਹ ਵੀ ਗਲਤ ਬਣਿਆ। ਉਹਦੇ ਸੰਬੰਧ ਦੇ ਵਿੱਚ ਰਿਟ ਪਾਈ ਸੀ। ਉਹਦੇ ਸੰਬੰਧ ਵਿੱਚ ਹਾਈ ਕੋਰਟ ਦਾ ਫੈਸਲਾ ਆਇਆ। ਹਾਈ ਕੋਰਟ ਦਾ ਫੈਸਲਾ ਨਹੀਂ ਆਇਆ, DTO ਜਿਹੜੇ RTO ਲਾਏ ਆ ਜ਼ਿਲ੍ਹਿਆਂ ਦੇ ਵਾਈਜ਼ ਡਿਵੀਜ਼ਨਾਂ ਵਾਈਜ਼, ਉਹਨਾਂ ਦਾ ਫੈਸਲਾ ਆਇਆ ਵੀ ਜਿਹੜੇ ਪਰਮਿਟ ਜਿਹੜਾ ਟਾਈਮ ਟੇਬਲ ਨਵਾਂ ਬਣਾਇਆ ਸੀ ਉਹ ਰੱਦ ਕੀਤਾ ਜਾਂਦਾ ਹੈ। ਅਤੇ ਉਹ ਰੱਦ ਕਰਕੇ ਜਿਹੜੇ ਟਾਈਮ ਟੇਬਲ ਬਣਾਏ ਸੀ ਉਹਦੇ ਵਿੱਚ ਗੱਡੀ ਨੰਬਰ, ਪਰਮਿਟ ਨੰਬਰ ਸਾਰਾ ਵਗੈਰਾ ਪਾਇਆ ਸੀ, ਕਿੱਥੋਂ ਤੱਕ ਵਾਧਾ ਕੀਤਾ ਗਿਆ, ਕਿੱਥੋਂ ਤੱਕ ਗੱਡੀਆਂ ਜਾਂਦੀਆਂ। ਪਿਛਲੇ ਸਮੇਂ ਦੇ ਵਿੱਚ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਪ੍ਰਾਈਵੇਟ ਘਰਾਣਿਆਂ ਵੱਲੋਂ 2015, 2016, 2018 ਦੇ ਵਿੱਚ ਟਾਈਮ ਟੇਬਲ ਬਣੇ, ਉਸ ਦੇ ਵਿੱਚ ਸਿਰਫ ਇੱਕ ਗਿੱਦੜ ਚਿੱਠੀ ਜੋ ਇਹਨਾਂ ਦਾ ਕਰਿੰਦਾ ਰੱਖਿਆ ਹੋਇਆ ਸੀ ਉਹ ਗਿੱਦੜ ਚਿੱਠੀ ਲਿਆ ਕੇ ਦੇ ਦਿੰਦਾ ਸੀ ਕਿ ਆਹ ਲਓ ਆਹ ਟਾਈਮ ਬੰਦ ਕਰ ਲਓ, ਇਹਦੇ ਮੂਹਰੇ ਆਹ ਟਾਈਮ ਪਾ ਦਿਓ, ਜਾਂ ਤੁਹਾਡੇ 18 ਮਿੰਟ ਹੈ 3 ਤੁਸੀਂ ਲੈ ਲਓ, 15 ਸਾਡੇ ਲੱਗਣਗੇ। ਅਤੇ ਉਹ ਗਿੱਦੜ ਚਿੱਠੀ ਦੇ ਨਾਲ ਜਾਂ
ਜੋ ਅਫੀਸਰ ਸਾਹਿਬਾਨ ਹੁੰਦਾ ਸੀ ਇੱਥੇ ਉਹਨੂੰ ਮਜਬੂਰ ਹੋ ਕੇ ਉਹ ਟਾਈਮ ਲਾਗੂ ਕਰਨਾ ਪੈਂਦਾ ਸੀ। ਕੋਈ ਵੀ ਡੀਟੀਓ ਵਗੈਰਾ ਡੀਟੀਓ ਸਾਹਿਬ ਹੁੰਦੇ ਸੀ ਉਦੋਂ, ਤੇ ਉਹ ਡੀਟੀਓ ਸਾਹਿਬ ਵੀ ਅਣਸੁਣੀ ਕਰਕੇ ਸਾਡੀ ਗੱਲ ਸਾਨੂੰ ਉਹ ਲਾਗੂ ਕਰਨ ਲਈ ਮਜਬੂਰ ਕਰ ਦਿੰਦੇ, ਤਾਂ ਉਹ ਟਾਈਮ ਲਾਗੂ ਹੁੰਦੇ ਰਹੇ। ਸਮਾਂ ਬਦਲ ਗਿਆ, ਸਮੇਂ ਬਦਲ ਦੇ ਨਾਲ ਮੰਤਰੀ ਰਾਜਾ ਵੜਿੰਗ ਜੀ ਆਏ, ਉਹਨਾਂ ਨੇ ਪੀਆਰਟੀਸੀ ਬਾਰੇ ਸੋਚਿਆ। ਪੀਆਰਟੀਸੀ ਦੇ ਵਰਕਰਾਂ ਨੇ, ਕਰਮਚਾਰੀਆਂ ਨੇ, ਯੂਨੀਅਨਾਂ ਨੇ, ਸਾਰਿਆਂ ਨੇ ਇਕੱਠਾ ਹੋ ਕੇ ਏਕਾ ਕਰਿਆ ਵੀ ਟਾਈਮ ਟੇਬਲ ਬਣਾਏ ਜਾਣ। ਉਹ ਟਾਈਮ ਟੇਬਲ ਬਣੇ। ਟਾਈਮ ਟੇਬਲ ਦੇ ਵਿੱਚ ਇਕੁਅਲ ਛੋਟੀ ਵੱਡੀ ਕੰਪਨੀ ਸਾਰਿਆਂ ਨੂੰ ਬਰਾਬਰ ਦੇ ਟਾਈਮ ਦਿੱਤੇ ਗਏ। ਕਿਸੇ ਨੂੰ 5 ਮਿੰਟ, ਕਿਸੇ ਨੂੰ 6 ਮਿੰਟ, ਕਿਸੇ ਨੂੰ 7 ਮਿੰਟ, ਜਿਹੇ ਜਿਹਾ ਟਾਈਮ ਦਾ ਰਨਿੰਗ ਟਾਈਮ ਸੀ ਉਹੋ ਜਿਹੇ ਹਿਸਾਬ ਨਾਲ ਟਾਈਮਾਂ ਦੇ ਵੰਡ ਦਿੱਤੇ ਗਏ। ਤੇ ਨਾਲ ਹੀ ਉਹਦੇ ਵਿੱਚ ਜਿਹੜੇ ਨਜਾਇਜ਼ ਵਾਅਦੇ ਕੀਤੇ ਗਏ ਸੀ, ਜਿਵੇਂ ਇੱਥੋਂ ਸੰਗਰੂਰ ਜਾਣਾ ਹੈ, ਸੰਗਰੂਰ ਤੋਂ ਗਾਹਾਂ ਇਹਨਾਂ ਨੇ ਟਾਈਮ ਨਾਲ ਜੋੜ ਕੇ ਛੋਟੀਆਂ ਕੰਪਨੀਆਂ ਦੇ ਪਰਮਿਟ ਲੈ ਕੇ ਨਾਲ ਚੰਡੀਗੜ੍ਹ ਬਾੜ ਤੇ ਜਾਂ ਬਠਿੰਡਾ ਹਬੋਰ ਆਮ ਦੇਸੀ ਗੱਡੀਆਂ ਦੇ ਪਰਮਿਟ ਸੀ, ਬਾਲਵੋ ਗੱਡੀਆਂ ਦੇ ਪਰਮਿਟ ਸੀ, ਉਹ ਹਬੋਰ ਤੋਂ ਚੰਡੀਗੜ੍ਹ ਨਾਲ ਜੋੜ ਲਿਆ ਆਪਦੇ। ਜਿਸ ਤਰ੍ਹਾਂ ਪੀਆਰਟੀਸੀ ਦਾ ਬਹੁਤ ਹੀ ਮਾਲੀ ਨੁਕਸਾਨ ਹੋਇਆ, ਮਹਿਕਮੇ ਦਾ ਸਾਰੇ ਪੰਜਾਬ ਦੇ ਵਿੱਚ। ਪੰਜਾਬ ਰੋਡਵੇਜ਼ ਤਾਂ ਬੰਦ ਹੋਣ ਦੇ ਕਿਨਾਰੇ ਆ ਗਈ, ਪਰ ਪੀਆਰਟੀਸੀ ਦੇ ਵਰਕਰ ਅਤੇ ਯੂਨੀਅਨਾਂ ਜੋ ਕਰਮਚਾਰੀ ਸੀ ਕਾਫੀ ਮਿਹਨਤ ਕਰਕੇ ਇਹ ਆਪਦੇ ਬਲਬੂਤੇ ਪਿੱਛੇ ਜੇ ਇੱਕ ਸਾਡੇ ਐਮਡੀ ਸਾਹਿਬ ਰਹੇ ਮਾਨਯੋਗ ਨਿਰੰਗ ਸਾਹਿਬ, ਮਨਜੀਤ ਸਿੰਘ ਜੀ ਨਿਰੰਗ, ਉਹਨਾਂ ਨੇ ਕਾਫੀ ਮਿਹਨਤ ਕਰਕੇ ਆਪਣੇ ਬਲਬੂਤੇ ਦੇ ਆਪਦੀ ਕਮਾਈ ਰਾਹੀਂ ਹੀ ਗੱਡੀਆਂ ਪਾਈਆਂ, ਨਵੀਆਂ ਗੱਡੀਆਂ ਪਾਈਆਂ। ਇੱਥੋਂ ਤੱਕ ਕਿ ਪੰਜਾਬ ਸਰਕਾਰ ਨੇ ਜਮਾਂ ਮਤਲਬ ਸਾਨੂੰ ਜਵਾਬ ਦਿੱਤਾ ਸੀ ਸਾਡੇ ਕੋਲ ਕੋਈ ਨਹੀਂ, ਅਸੀਂ ਟਾਇਰ ਕਿਰਾਏ ਤੇ ਲੈ ਕੇ ਵੀ ਗੱਡੀਆਂ ਚਲਾਉਂਦੇ ਰਹੇ। ਵਰਕਰਾਂ ਨੇ ਕਾਫੀ ਮਿਹਨਤ ਕਰਨ ਦੇ ਬਾਵਜੂਦ ਆਪਦੇ ਪੈਰਾਂ ਤੇ ਖੜੀ ਰਹੀ। ਸਮਾਂ ਆਇਆ, ਦੁਬਾਰੇ ਗੱਡੀਆਂ ਪਈਆਂ, ਟਾਈਮ ਟੇਬਲ ਬਣਿਆ। ਲਗਭਗ 1 ਕਰੋੜ ਦਾ 1.5 ਕਰੋੜ ਤੋਂ 2.5 ਕਰੋੜ ਡੇਲੀ ਦਾ ਵੱਟਣ ਲੱਗ ਗਏ ਸੀ, ਪਰ ਉਹ ਪ੍ਰਾਈਵੇਟ ਘਰਾਣਿਆਂ ਨੂੰ ਮਨਜ਼ੂਰ ਨਾ ਹੋਇਆ ਤਾਂ ਉਹਨਾਂ ਨੇ ਰਿਟ ਪਾ ਕੇ ਉਹ ਟਾਈਮ ਟੇਬਲ ਕੈਂਸਲ ਕਰਾਤਾ। ਕੈਂਸਲ ਕਰਾ ਕੇ ਉਹੀ ਸਾਡਾ 1 ਕਰੋੜ, 1.25 ਕਰੋੜ, 1.5 ਕਰੋੜ ਤੱਕ ਜਾਂਦਾ ਹੈ। ਕੋਈ ਸਵਾਰੀ ਘਟ ਗਈ, ਕੋਈ ਸਰਦੀ ਹੋ ਗਈ, ਕੁਛ ਬਰਸਾਤ ਹੋ ਗਿਆ। ਦੁਬਾਰੇ ਡੀਪੂ ਬਠਿੰਡਾ ਇੰਨੇ ਨੈਗੇਟਿਵ ਜਾਣ ਲੱਗ ਗਿਆ ਸਾਡਾ ਕਿ ਮਜਬੂਰ ਹੋ ਗਈ। ਹੁਣ ਇਹਨਾਂ ਨੇ ਕੱਲ ਕੇ ਪਰਸੋਂ ਇੱਕ ਚਿੱਠੀ ਲਿਆਤੀ ਵੀ ਆਰਟੀਓ ਸਾਹਿਬ ਨੇ ਪਰਮਿਟ ਵਾਪਸ ਲੈ ਲਏ, ਵੀ ਜਿਹੜੇ ਵਾਅਦੇ ਸੀ ਵਾਪਸ ਲੈ ਲਏ। ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਓਰੀਜਨਲ ਕਾਪੀ ਲਿਆ ਦਿਓ ਜਿਹਦੇ ਪਰਮਿਟਾਂ ਉੱਤੇ ਬੱਸ ਨੰਬਰ ਪਾਇਆ, ਟਾਈਮ ਪਾਇਆ, ਕਿੱਥੋਂ ਤੱਕ ਜਾਣੀ ਹੈ ਬੱਸ ਇਹ। ਪਰ ਇਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਹਜੇ ਤੱਕ। ਤੇ ਇਹਨਾਂ ਨੇ ਤੜਕੇ 20-25 ਬੰਦੇ ਲਿਆ ਕੇ ਆਪਦੇ ਕਹਿੰਦੇ ਵੀ ਅਸੀਂ ਤਾਂ ਜਿਹੜੇ ਪੁਰਾਣੇ ਟਾਈਮ ਹੈ 16 ਦੇ 18 ਦੇ ਜਿਹੜੇ ਬਣੇ ਹੋਏ ਆ ਟਾਈਮ ਟਾਈਮ ਟੇਬਲ ਬਣੇ ਆ ਉਹੀ ਚਲਾਵਾਂਗੇ। ਤਾਂ ਮਜਬੂਰਨ ਅਸੀਂ ਜਥੇਬੰਦੀਆਂ ਨੇ ਮੋਬਾਈਲਾਂ ਤੇ ਗੱਲਬਾਤ ਕਰਕੇ ਤੁਰੰਤ ਐਕਸ਼ਨ ਲੈ ਕੇ ਤੇ ਅਸੀਂ ਇਹਦਾ ਵਿਰੋਧ ਜਤਾਇਆ। ਜਦ ਤੱਕ ਹੁਣ ਸਾਨੂੰ ਸਾਰੇ ਟਾਈਮ ਟੇਬਲ ਨਵੇਂ ਲਾਗੂ ਨਹੀਂ ਹੁੰਦੇ ਔਰ ਵੈਰੀਫਾਈ ਕਰਕੇ ਨਹੀਂ ਲਿਆਉਂਦੇ ਵੀ ਕਿਹੜੀ ਗੱਡੀ ਨਾਲ ਕਿਹੜਾ ਪਰਮਿਟ ਹੈ ਅਤੇ ਕਿੱਥੋਂ ਤੱਕ ਜਾਣਾ ਹੈ, ਉਦੋਂ ਤੱਕ ਬੱਸ ਸਟੈਂਡ ਬੰਦ ਕੀਤਾ ਹੋਇਆ, ਜਿਸ ਦੇ ਵਿੱਚ ਪਬਲਿਕ ਲਈ ਹੀ ਅਦਾਰਾ ਇਹ, ਪਬਲਿਕ ਦੇ ਜਿਸ ਦੇ ਇੰਨੀਆਂ ਸਹੂਲਤਾਂ ਮਿਲਦੀਆਂ। ਜੇਕਰ ਇਹ ਬੰਦ ਹੋ ਜਾਂਦਾ ਤਾਂ ਸਾਰਾ ਕੁਝ ਬੰਦ ਹੋ ਜਾਣਾ ਤੇ ਪਬਲਿਕ ਨੂੰ ਤਕਲੀਫ ਦਿੱਤੀ ਹੈ। ਅਤੇ ਸਾਡੇ ਕੰਮ ਹੈ ਜੋ ਉਹ ਆਪਦੇ ਭਵਿੱਖ ਲਈ ਅਤੇ ਪੰਜਾਬ ਦੇ ਭਵਿੱਖ, ਪੰਜਾਬ ਦੇ ਟਰਾਂਸਪੋਰਟ ਦੇ ਭਵਿੱਖ ਲਈ ਲੜ ਰਹੇ ਹੈ। ਤਾਂ ਜੋ ਇਹਨਾਂ ਨੂੰ ਤਕਲੀਫ ਹੋਈ ਅੱਜ, ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ। ਪਰ ਆਉਣ ਵਾਲਾ ਸਮਾਂ ਵਧੀਆ ਭਵਿੱਖ ਰਹੇ ਸਾਡੇ ਬੱਚਿਆਂ ਦਾ, ਸਾਡੀ ਪਬਲਿਕ ਦਾ, ਇਹਦੇ ਵਾਸਤੇ ਆਸਵੰਦ ਹੋ ਕੇ ਅਸੀਂ ਬੰਦ ਕੀਤਾ ਹੈ। 9:30-10 ਵਜੇ ਪਟਿਆਲੇ ਆਰਟੀਓ ਸਾਹਿਬ ਨੇ ਸਮਾਂ ਦਿੱਤਾ ਹੈ, ਡੀਸੀ ਸਾਹਿਬ ਨਾਲ ਮੀਟਿੰਗ ਕੀਤੀ ਹੈ। ਉਹ ਕੀ ਸੁਨੇਹਾ ਦਿੰਦੀ ਹੈ ਸੈਂਟਰ ਕਮੇਟੀ, ਜਿਹੜੀ ਸਾਡੀ ਐਕਸ਼ਨ ਕਮੇਟੀ ਹੈ ਸਾਰੀਆਂ ਜਥੇਬੰਦੀਆਂ ਦੀ ਪਟਿਆਲੇ, ਉਹ ਮੁੱਖ ਦਫ਼ਤਰ ਤੋਂ ਕੀ ਸੁਨੇਹਾ ਆਉਂਦਾ ਹੈ, ਅਗਲੇ ਸੁਨੇਹੇ ਦੀ ਉਡੀਕ ਦੇ ਵਿੱਚ ਅਸੀਂ ਉਨੀ ਦੇਰ ਸੰਘਰਸ਼ ਕਰਦੇ ਹਾਂ, ਉਨੀ ਦੇਰ ਅਸੀਂ ਬੱਸ ਸਟੈਂਡ ਬੰਦ ਰੱਖਾਂਗੇ ਜੀ। ਕੀ ਲੱਗਦਾ ਪ੍ਰਧਾਨ ਜੀ ਹਜੇ ਵੀ ਪ੍ਰਾਈਵੇਟ ਘਰਾਣਿਆਂ ਦਾ ਇੰਨਾ ਕਬਜ਼ਾ ਕਿ ਜਿਹੜਾ ਟਾਈਮ ਟੇਬਲ ਟਰਾਂਸਪੋਰਟ ਮੰਤਰੀ ਨੇ ਬਦਲਿਆ ਸੀ ਫਿਰ ਉਹਨੂੰ ਬਦਲ ਦਿੱਤਾ? ਹਾਂ ਜੀ, ਪੂਰਾ ਮਤਲਬ ਕਬਜ਼ਾ ਉਵੇਂ ਜਿਵੇਂ ਦੁਬਾਰੇ ਫਿਰ, ਜਿਹਦੇ ਵਿੱਚ 25 ਸਾਲ ਰਾਜ ਥੋੜਾ ਨਹੀਂ ਹੁੰਦਾ। 25 ਸਾਲ ਰਾਜ ਆ, ਉਹਦੇ ਪੁੱਤ ਪੋਤੇ ਵੀ ਭਰਤੀ ਕਰਾਏ ਆ, ਜੋ ਸ਼ਰੇਆਮ ਹੀ ਜਿਹੜੇ ਹੁਣ ਸਾਡੇ ਤੇ ਆਬਜੈਕਸ਼ਨ ਲੱਗਦੇ ਵੀ ਟਾਈਮ ਟੇਬਲ ਦੇ ਵਿੱਚ ਬੱਸਾਂ ਗਲਤ ਪਾਤੀਆਂ, ਟੈਂਪੂ ਗਲਤ ਪਾਤੇ, ਉਹ ਬਣਾਉਣੇ ਆ। ਟਾਈਮ ਟੇਬਲ ਆਰਟੀਓ ਨੇ ਬਣਾਉਣਾ ਔਰ ਆਰਸੀ ਪਰਮਿਟ ਦੇਖ ਕੇ ਆਰਟੀਓ ਨੇ ਪਾਉਣਾ। ਉਹ ਆਰਟੀਓ ਨੇ ਗਲਤ ਟਾਈਮ ਟੇਬਲ ਪਾ ਕੇ, ਗਲਤ ਬੱਸਾਂ ਦੇ ਨੰਬਰ ਪਾ ਕੇ ਉਹ ਗਲਤ ਬਣਾਤਾ। ਉਹਦੇ ਕਰਕੇ ਹੀ ਇਹਨਾਂ ਨੂੰ ਸੁਨੇਹਾ ਦੇਤਾ ਟਰਾਂਸਪੋਰਟਰਾਂ ਨੂੰ, ਪਬਲਿਕ ਘਰਾਣਿਆਂ ਨੂੰ ਵੀ ਜਾਓ ਭਾਈ ਹੁਣ ਤੁਸੀਂ ਕੋਰਟ ਦਾ ਰਾਹ ਖੁੱਲ੍ਹਾ, ਆਹ ਟਾਈਮ ਗਲਤ ਹੈ ਤੇ ਉਹ ਜਾ ਕੇ ਸਟੇ ਲਓ। ਉਹਦੇ ਤੌਰ ਤੇ ਉਹਨਾਂ ਨੇ ਸਟੇ ਪਾਤੀ। ਪਿਛਲੇ ਦਿਨਾਂ 'ਚ ਵੀ ਤੁਸੀਂ ਸੰਘਰਸ਼ ਕੀਤਾ ਸੀ ਤੇ ਉਹਦਾ ਕੀ ਰਿਜ਼ਲਟ ਨਿਕਲਿਆ? ਉਹਦੇ ਰਿਜ਼ਲਟ ਨਾ ਨਿਕਲਣ ਕਰਕੇ ਹੀ ਅੱਜ ਦੁਬਾਰੇ ਬੰਦ ਹੋਇਆ। ਜੇਕਰ ਉਦੋਂ ਮਾਨਯੋਗ ਡੀਸੀ ਸਾਹਿਬ, ਮਾਨਯੋਗ ਆਰਟੀਓ ਸਾਹਿਬ ਜਾਂ ਪੰਜਾਬ ਦੇ ਸੈਕਟਰੀ
ਟਰਾਂਸਪੋਰਟ ਸੈਕਟਰੀ ਜੇ ਸਾਡੇ ਗੱਲ ਵੱਲ ਧਿਆਨ ਦੇ ਦਿੰਦੇ, ਸ਼ਾਇਦ ਆ ਅੱਜ ਪਬਲਿਕ ਨੂੰ ਨੁਕਸਾਨ ਨਾ ਝੱਲਣਾ ਪੈਂਦਾ, ਆ ਦੁੱਖ ਤਕਲੀਫ ਨਾ ਝੱਲਣੇ ਪੈਂਦੇ ਜੇ ਦੁਬਾਰੇ ਸਾਨੂੰ ਪਰ ਟਾਈਮ ਟੇਬਲ ਦੇ ਵਿੱਚ ਨੰਬਰ ਵਗੈਰਾ ਅਤੇ ਕਿੱਥੋਂ ਕਿੱਥੋਂ ਤੱਕ ਬੱਸਾਂ ਜਾਣੀਆਂ, ਕਿਹੜੀ ਬੱਸ ਦਾ, ਕਿਹੜੀ ਕੰਪਨੀ ਦਾ, ਕਿਹੜਾ ਟਾਈਮ ਹੈ, ਜੇਕਰ ਇਹ ਜਾਰੀ ਕਰ ਦਿੰਦੇ ਤਾਂ ਸ਼ਾਇਦ ਆ ਪਬਲਿਕ ਨੂੰ ਅੱਜ ਮੁਸ਼ਕਲ ਨਾ ਸਾਹਮਣੀ ਕਰਨੀ ਪੈਂਦੀ। ਅਗਲੀ ਰਣਨੀਤੀ ਕੀ ਹੋਊਗੀ? ਅਗਲੀ ਰਣਨੀਤੀ ਹੈ ਜੋ ਸੈਂਟਰ ਕਮੇਟੀ ਹੈ ਪਟਿਆਲੇ, ਤੁਹਾਨੂੰ ਦੱਸ ਚੁੱਕਿਆ ਵੀ ਡੀਸੀ ਸਾਹਿਬ ਨਾਲ, ਐਸਐਸਪੀ ਸਾਹਿਬ ਨਾਲ, ਆਰਟੀਓ ਪਟਿਆਲਾ ਨਾਲ ਮੀਟਿੰਗ ਹੈ। ਉਹ 10 ਵਜਦੇ ਆ, 11 ਵਜਦੇ ਆ, 12 ਵਜਦੇ ਆ, ਜਦੋਂ ਅਗਲੀ ਰਣਨੀਤੀ ਦੇਣਗੇ ਉਨੀ ਦੇਰ ਅਸੀਂ ਬੱਸ ਸਟੈਂਡ ਬੰਦ ਆ ਸਾਡੇ। ਲੋਕ ਸਰਕਾਰਾਂ ਬਦਲਦੇ ਆ ਜੀ, ਬਾਦਲ ਦੀ ਸਰਕਾਰ ਬਦਲੀ ਸੀ, ਕਾਂਗਰਸ ਦੀ ਸਰਕਾਰ ਆਈ ਸੀ, ਟਰਾਂਸਪੋਰਟ ਵਿਭਾਗ ਨੂੰ ਕਾਫੀ ਹੱਦ ਤੱਕ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਫੇਰ ਇਲੈਕਸ਼ਨ ਆ ਗਏ, ਲੋਕਾਂ ਨੂੰ ਸਰਕਾਰ ਬਦਲਣ ਦਾ ਫਾਇਦਾ ਕੀ ਹੁੰਦਾ? ਫੇਰ ਉੱਥੇ ਹੀ ਆ ਕੇ ਖੜਾ ਹੋ ਜਾਂਦਾ। ਇਹ ਤਾਂ ਜੀ ਸ਼ਰੇਆਮ ਤੱਕ ਅਜੇ ਤਾਂ ਸਰਕਾਰ ਆਈ ਨਹੀਂ, ਸਰਕਾਰ ਦਾ ਨਾਂ ਨੂੰ ਸੁਣ ਨਹੀਂ ਆਇਆ, ਪਰ ਜਿਹੜੇ ਹੇਠਲੀ ਮਸ਼ੀਨਰੀ ਹੈ ਸਰਕਾਰਾਂ ਦੀ ਉਹਦੀ ਦੁਰਵਰਤੋਂ ਕਰਕੇ, ਮੈਂ ਪਹਿਲਾਂ ਵੀ ਕਹਿ ਰਿਹਾ 25 ਸਾਲ ਰਾਜ ਬਹੁਤਾ ਨਹੀਂ ਹੁੰਦਾ, ਉਹਦੇ ਪੁੱਤ ਪੋਤੇ ਭਰਤੀ ਕਰਾਏ ਆ ਜੋ ਨਜਾਇਜ਼ ਹੀ ਸੁਨੇਹੇ ਦੇ ਕੇ ਨਜਾਇਜ਼ ਹੀ ਲਾਗੂ ਕਰ ਰਹੇ ਆ, ਇਕੱਲੇ ਪੀਆਰਟੀਸੀ ਦੇ ਵਿੱਚ ਨਹੀਂ ਜਾਂ ਟਰਾਂਸਪੋਰਟ ਵਿਭਾਗ ਦੇ ਵਿੱਚ ਨਹੀਂ, ਹੋਰ ਵੀ ਪੁਲਿਸ ਦੇ ਵਿੱਚ ਜਾਂ ਨਹਿਰੀ ਵਿਭਾਗ ਜਾਂ ਜੋ ਹੋਰ ਡਿਪਾਰਟਮੈਂਟ ਹੈ, ਬਿਜਲੀ ਵਿਭਾਗ ਹੈ, ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਧੱਕੇਸ਼ਾਹੀਆਂ ਚੱਲਦੀਆਂ। ਇਕੱਲੇ ਇੱਕ ਨਹੀਂ ਵੀ ਇੱਕ ਇਕੱਲੇ ਟਰਾਂਸਪੋਰਟ ਦੇ ਵਿੱਚ ਹੈ, ਸਾਰੇ ਹੀ ਧੱਕੇਸ਼ਾਹੀ ਫੋਨਾਂ ਤੇ ਚੱਲਦੀ ਹੈ ਔਰ ਫੋਨਾਂ ਤੇ ਹੀ ਕੰਮ ਕਰਵਾਏ ਜਾ ਰਹੇ ਆ। ਮੇਰਾ ਖਿਆਲ ਹੈ ਜੋ ਕੈਪਟਨ ਅਮਰਿੰਦਰ ਸਿੰਘ ਸੀ ਉਹ 100% ਹੀ ਇਹਨਾਂ ਦੇ ਨਾਲ ਰਲੇ ਹੋਏ ਸੀ। 4.5 ਸਾਲ ਉਹਨਾਂ ਨੇ ਟਰਾਂਸਪੋਰਟ ਦਾ ਜੋ ਘਾਣ ਕਰਾਇਆ ਔਰ ਪੰਜਾਬ ਦਾ ਜੋ ਘਾਣ ਕੀਤਾ, ਜਿੰਨੇ ਵੀ ਮਹਿਕਮੇ ਹੈ, ਮੇਰਾ ਖਿਆਲ ਹੋਰ ਸਟੇਟ ਦੇ ਵਿੱਚ ਇੰਨਾ ਕਿਸੇ ਦਾ ਘਾਣ ਨਹੀਂ ਹੋਇਆ ਜਿੰਨਾ ਪੰਜਾਬ ਦਾ ਜਵਾਨੀ ਦਾ, ਟਰਾਂਸਪੋਰਟ ਦਾ ਅਤੇ ਖਣਿਜ ਵਿਭਾਗ ਅਤੇ ਹੋਰ ਜੋ ਊਰਜਾ ਵਿਭਾਗ, ਐਜੂਕੇਸ਼ਨ ਵਿਭਾਗ, ਜਿਨ੍ਹਾਂ ਦਾ ਨੁਕਸਾਨ ਹੋਇਆ, ਬਹੁਤ ਹੀ ਜ਼ਿਆਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ। ਚਲੋ ਸਰਕਾਰ ਬਦਲੀ, ਕੋਈ ਚੰਗੇ ਬੰਦੇ ਆਏ, 2.5 ਸਾਲ ਦੇ ਵਿੱਚ 2.5 ਮਹੀਨੇ ਦੇ ਵਿੱਚ ਕੁਛ ਉਪਰਾਲਾ ਕਰਿਆ ਜਿਹਦੇ ਨਾਲ ਟਰਾਂਸਪੋਰਟ ਉੱਠੀ ਤੇ ਜਿਹਦੇ ਵੀ ਮੀਡੀਆ ਦੇ ਵਿੱਚ ਵੀ ਆਈ ਅਤੇ ਸਾਡੇ ਡਰਾਈਵਰ ਕਨੈਕਟਰ ਵੀ ਖੁਸ਼ਹਾਲ ਹੋਏ। ਉਹ ਜੋ ਕੱਚੇ ਕਾਮੇ ਸੀ ਉਹਨਾਂ ਦਾ 5-6 ਹਜ਼ਾਰ ਰੁਪਇਆ ਤਨਖਾਹ ਵੀ ਵਾਧਾ ਕੀਤਾ ਗਿਆ ਤੇ ਬੜੇ ਉਤਸ਼ਾਹ ਦੇ ਨਾਲ ਕੰਮ ਕਰ ਰਹੇ ਸੀ ਔਰ ਪੱਕੇ ਦੀ ਬੁਨਿਆਦ ਵਧੀ ਸੀ ਵੀ ਜਿਹੜੇ ਕੱਚੇ ਕਰਮਚਾਰੀ ਆ ਉਹਨਾਂ ਨੂੰ ਪੱਕੇ ਕੀਤੇ ਜਾਣਗੇ, ਬੜੇ ਆਸਵੰਦ ਹੋ ਕੇ। ਪਰ ਫਿਰ ਵੀ ਉਹ ਗਵਰਨਰ ਸਾਹਿਬ ਵੱਲੋਂ ਰੋਕੇ ਨਹੀਂ ਕਹਿ ਸਕਦੇ, ਰਕਾਏ ਗਏ ਕਿ ਇਹਨਾਂ ਨੂੰ ਪੱਕੇ ਨਾ ਕੀਤਾ ਜਾਵੇ ਤਾਂ ਕਿ ਇਹ ਬੰਦੇ ਜਿਹੜੇ ਇੰਨੀ ਮਿਹਨਤ ਨਾਲ ਕੰਮ ਕਰ ਰਹੇ ਆ ਇਹ ਮਿਹਨਤ ਨਾਲ ਕੰਮ ਨਾ ਕਰਨ। ਮਾਮਲਾ ਹੈ ਜੀ ਟਾਈਮ ਟੇਬਲ ਮਨਮਰਜ਼ੀ ਦਾ ਇਹਨਾਂ ਨੇ ਜਿਹੜਾ ਚਲਾਉਣਾ ਚਾਹੁੰਦੇ ਆ, ਉਹਦੇ ਵਿਰੋਧ 'ਚ ਅਸੀਂ ਆਪਦਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਜੋ ਪਿਛਲੀਆਂ ਸਰਕਾਰਾਂ ਰਹੀਆਂ ਅਕਾਲੀ ਦਲ ਦੀ, ਇਹਨਾਂ ਨੇ ਉਹ ਟਾਈਮ ਬਣਾਏ ਹੋਏ ਸੀ ਆਪਣੀ ਮਨਮਰਜ਼ੀ ਦੇ, ਜਿਹਦੇ ਪੀਆਰਟੀਸੀ ਦੇ ਪਣ ਬੱਸ ਨੂੰ ਬਹੁਤ ਹੀ ਘੱਟ ਟਾਈਮ ਦਿੱਤਾ ਸੀ। ਆਪਦੀਆਂ ਗੱਡੀਆਂ ਨੂੰ ਜਿਹੜੇ ਮੋਟੇ ਟਾਈਮ 20 ਤੋਂ 25 18 ਮਿੰਟ ਦਿੱਤੇ ਗਏ ਸੀ। ਜਿਹੜੀਆਂ ਸਾਡੀਆਂ ਗੱਡੀਆਂ ਦਿੱਲੀ ਟੱਚ ਕਰਦੀਆਂ ਸੀ ਉਹ ਤਾਂ ਇਹਨਾਂ ਨੇ ਬਿਲਕੁਲ ਬੰਦ ਹੀ ਕਰਾਤੀਆਂ। ਤੇ ਹੁਣ ਜਿਹੜੀਆਂ ਸਾਡੀਆਂ ਪੰਜਾਬ 'ਚ ਗੱਡੀਆਂ ਚੱਲ ਰਹੀਆਂ ਜਾਂ ਕੋਈ ਆਊਟ ਸਟੇਟ ਚੱਲ ਰਹੀ ਹੈ, ਉਹਨਾਂ ਨੇ ਵੀ ਇਹ ਟਾਈਮ ਟੇਬਲਾਂ ਨਾਲ ਛੇੜਛਾੜ ਕਰੀ ਹੋਈ ਸੀ। ਉਹ ਪਿਛਲੀ ਸਰਕਾਰ ਨੇ ਟਾਈਮਾਂ 'ਚ ਸੋਧ ਕਰਕੇ ਬਰਾਬਰ ਦੀ ਟਾਈਮਾਂ ਦੀ ਜਿਹੜੀ ਸਾਰਨੀ ਬਣਾ ਦਿੱਤੀ ਸੀ ਤੇ ਉਹ 24/12 ਨੂੰ ਟਾਈਮ ਟੇਬਲ ਜਿਹੜੇ ਬਣੇ ਸੀ। ਤੇ ਇਹ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਪਿੱਛੇ ਧੱਕਾ ਕਰਕੇ ਜਿਹੜੇ ਟਾਈਮ ਟੇਬਲ ਆਪਣੇ ਫਿਰ ਉਹੀ ਮੰਦ ਕਮਰੇ ਵਾਲੇ ਚਲਾਤੇ ਆ। ਅਸੀਂ ਉਹਦੇ ਚਲਾਉਣ ਦੇ ਵਿਰੋਧ 'ਚ ਅੱਜ ਇਹ ਪ੍ਰਦਰਸ਼ਨ ਕਰ ਰਹੇ ਹਾਂ, ਕਿਉਂਕਿ ਉਹ ਟਾਈਮ ਟੇਬਲ ਹੈ ਉਹ ਪ੍ਰਾਈਵੇਟ ਘਰਾਣਿਆਂ ਦੇ ਹੱਕ 'ਚ ਨੇ ਤੇ ਰੋਡਵੇਜ਼ ਨੂੰ ਖੋਰਾ ਲਾ ਰਹੇ ਆ ਤੇ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਤੇ ਉਹ ਅਸੀਂ ਨਹੀਂ ਬਰਦਾਸ਼ਤ ਕਰਾਂਗੇ। ਜੇ ਆਉਣ ਵਾਲੇ ਸਮੇਂ 'ਚ ਉਹੀ ਕਾਰਪੋਰੇਟ ਘਰਾਣੇ ਸੱਤਾ 'ਚ ਕਾਬਜ ਹੋ ਜਿੱਥੇ ਲੱਗਦਾ ਵੀ ਟਰਾਂਸਪੋਰਟ ਵਿਭਾਗ ਦਾ ਭਵਿੱਖ ਅਸੀਂ ਆਪਣੀ ਲੜਾਈ ਲੜਾਂਗੇ। ਉਹ ਤਾਂ ਜੀ ਆਉਣ ਵਾਲੇ ਸਮੇਂ ਤਾਂ ਘਰਾਣੇ ਕਾਬਜ ਹੋਣਗੇ, ਉਹ ਤਾਂ ਦੇਖੀ ਜਾਏ ਤਾਂ ਨਾ ਸੱਤਾ 'ਚ ਹੁੰਦੇ ਵੀ ਸਾਡੇ ਨਾਲ ਧੱਕਾ ਹੋ ਰਿਹਾ। ਤੁਸੀਂ ਦੇਖ ਰਹੇ ਹੋ ਟਾਈਮ ਟੇਬਲ ਮਰਜ਼ੀ ਦੇ ਬਣਾ ਰਿਹਾ। ਜੇ ਕੱਲ ਨੂੰ ਇਹ ਘਰਾਣੇ ਸੱਤਾ 'ਚ ਆਉਂਦੇ ਆ ਤੇ ਅਸੀਂ ਤਾਂ ਆਪਦੀ ਲੜਾਈ ਲੜਾਂਗੇ, ਪਰ ਇਹ ਜਿਹੜਾ ਪੰਜਾਬ ਦੇ ਵਾਸਤੇ ਇੱਕ ਬਹੁਤ ਹੀ ਕਾਲੇ ਦਿਨ ਆਉਣਗੇ ਜੇ ਕਾਰਪੋਰੇਟ ਘਰਾਣੇ ਜੇ ਸੱਤਾ 'ਚ ਆਉਂਦੇ ਆ। ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਜਿਹਦੇ ਵੀ ਇਹਨਾਂ ਨੂੰ ਘਰਾਂ 'ਚ ਨਾ ਵੜਨ ਦਿੱਤਾ ਜਾਵੇ ਤੇ ਇਹਨਾਂ ਤੋਂ ਸਵਾਲ ਕੀਤੇ ਜਾਣ ਤਾਂ ਵੀ ਇਹ ਅਦਾਰੇ ਨੇ ਜਿਹੜੇ ਗਵਰਨਮੈਂਟ ਨੇ ਲੋਕਾਂ ਦੀ ਸਹੂਲਤ ਵਾਸਤੇ ਚਲਾਏ ਨੇ, ਇਹ ਉਹਨਾਂ ਨੂੰ ਬੰਦ ਕਰਨ ਨੂੰ ਤੁਰ ਪਏ ਆ ਤੇ ਆਪਦੀਆਂ ਨਿੱਜੀ ਪ੍ਰਾਪਰਟੀਆਂ ਜਾਇਦਾਦਾਂ ਬਣਾ ਰਹੇ ਆ। ਪਰ ਇੱਕ ਸਰਕਾਰ ਬਦਲਦੇ ਆ, ਉਧਰਲੀ ਸਰਕਾਰ 'ਚ ਉਧਰ ਬੇਸ਼ੱਕ ਰਾਜਨੀਤਿਕ ਸਵਾਲ ਆ ਵੀ ਉਹੀ ਬੰਦੇ ਉਧਰ ਚਲੇ ਜਾਂਦੇ ਆ, ਉਹੀ ਬੰਦੇ ਉਧਰ ਚਲੇ ਜਾਂਦੇ, ਇਹਨਾਂ ਦੇ ਆਪਸ ਵਿੱਚ ਅੰਗਲੀ ਸੰਗਲੀ ਜੁੜੀ ਹੁੰਦੀ ਆ, ਫਿਰ ਇਹਦਾ ਸੁਧਾਰ ਕਿਵੇਂ ਹੁੰਦਾ? ਇਹ ਤਾਂ ਜੀ ਉਹ ਨੀਲੇ ਚਿੱਟੇ ਮੋਰਾਂ ਵਾਲੀ ਗੱਲ ਆ। ਅਸੀਂ ਉਸ ਮੈਟਰ ਤੇ ਨਹੀਂ ਜਾਣਾ ਚਾਹੁੰਦੇ। ਅਸੀਂ ਇਸ ਆਪਦੇ ਅਦਾਰੇ ਨੂੰ ਬਚਾਉਣ ਦੀ ਖਾਤਰ ਅਸੀਂ ਸੰਘਰਸ਼ ਲੜ ਰਹੇ ਹਾਂ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਇਹ ਅਦਾਰਾ ਜਿਹੜਾ ਪਬਲਿਕ ਦਾ ਇਹਨੂੰ ਬਚਾਇਆ ਜਾਵੇ ਤੇ ਇਹਨਾਂ ਨੂੰ ਚੋਰਾਂ ਨੂੰ ਭਜਾਇਆ ਜਾਵੇ। ਕੁਝ ਲੋਕ ਇਹ ਵੀ ਕਹਿ ਰਹੇ ਆ ਵੀ ਜਿਹੜਾ ਇਹ ਮਨਪ੍ਰੀਤ ਨੂੰ ਹਰਾਉਣ ਵਾਸਤੇ
ਕਹਿੰਦੇ ਰਾਜੇ ਵੜਿੰਗ ਦੀ ਸ਼ਹਿਰ ਦੇ ਜਥੇਬੰਦੀਆਂ ਰਾਜਨੀਤੀ ਬਾਰੇ ਸਾਨੂੰ ਨੌਲੇਜ ਨਹੀਂ। ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਜੀ। ਲੋਕਾਂ ਦੀ ਅਸੀਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ। ਹਾਂ, ਅਸੀਂ ਪ੍ਰੂਫ ਦਿਖਾ ਸਕਦੇ ਹਾਂ ਜਿਹੜੇ ਟਾਈਮ ਟੇਬਲ ਨਾਲ ਛੇੜਛਾੜ ਕਰੀ ਆ ਜਾਂ ਜਿਹੜੇ 24 ਵਾਰਾਂ ਨੂੰ ਚਲਾਏ ਗਏ ਉਹ ਕਾਪੀਆਂ ਵੀ ਸਾਡੇ ਕੋਲੇ ਆ। ਜੋ ਇਹਨਾਂ ਨੇ ਬੰਦ ਕੈਮਰਿਆਂ 'ਚ ਬਣਾਈਆਂ ਕਾਪੀਆਂ ਉਹ ਵੀ ਸਾਡੇ ਕੋਲੇ ਆ। ਤੇ ਜੋ ਤੜਕੇ ਧੱਕਾ ਹੋਇਆ ਬੱਸ ਸਟੈਂਡ 'ਚ ਉਹਦੀ ਜਾਗਦੀ ਜਿਉਂਦੀ ਮਿਸਾਲ ਹੈ। ਉਹ ਪਬਲਿਕ ਦਾ ਅਦਾਰਾ ਹੈ ਬੱਸ ਸਟੈਂਡ ਬਠਿੰਡਾ। ਇਹ 'ਚ ਕੋਈ ਕਿਸੇ ਰਾਜਨੀਤਿਕ ਤੌਰ ਨੂੰ ਲੈ ਕੇ ਨਹੀਂ ਚੱਲਦੇ, ਨਾ ਹੀ ਅਸੀਂ ਕਿਸੇ ਪਾਰਟੀ ਦੀ ਸਪੋਰਟ ਕਰਾਂਗੇ। ਅਸੀਂ ਇਸ ਅਦਾਰੇ ਦੇ ਵਰਕਰ ਆ, ਇਹਨੂੰ ਅਦਾਰੇ ਨੂੰ ਬਚਾਵਾਂਗੇ ਤੇ ਇਹਨੂੰ ਚਲਾਵਾਂਗੇ।